ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਾਡੀ ਖਾਸ ਪੇਸ਼ਕਸ਼ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਭਾਰਤ ਦੀ ਮੇਜ਼ਬਾਨੀ 'ਚ ਪ੍ਰਬੰਧਿਤ G20 ਸਮਿਟ ਦਾ ਐਲਾਨਨਾਮਾ ਸਾਰੇ ਮਹਿਮਾਨ ਮੁਲਕਾਂ ਨੇ ਸਵੀਕਾਰ ਕਰ ਲਿਆ। ਪ੍ਰਧਾਨ ਮੰਤਰੀ ਦੀ ਅਗਵਾਈ 'ਚ ਜਦੋਂ ਇਹ ਫੈਸਲਾ ਹੋਇਆ ਕਿ G20 ਦੇ ਮਹਿਮਾਨਾਂ ਨੇ ਇਸ ਡੈਕਲੇਰੇਸ਼ਨ ਤੇ ਮੋਹਰ ਲਾਈ ਤਾਂ ਇੱਕੋ ਸੁਨੇਹਾ ਪੂਰੀ ਦੁਨੀਆ ਲਈ ਗਿਆ ਕਿ G20 ਦਾ ਹੈ ਭਾਰਤ ਤੇ ਭਰੋਸਾ। दिल्ली डिक्लेरेशन स्वीकार कर लिया गया। जानकारी खुद पीएम मोदी ने दी। अपनी टीम का शुकराना किया ते कौमांतरी आगुआं नूं इह स्वीकार करन दी अपील की। देश की राजधानी दिल्ली में चल रहे G20 समागम के आखिरी दिन प्रधानमंत्री मोदी ने दिल्ली डिक्लेरेशन का ऐलान करदਿਆਂ कहा कि साडी टीम की मेहनत और सारिਆਂ ਦੇ सहयोग के नाल नवीं दिल्ली G20 लीडर्स का ऐलाननामे ते सहमति बन गई है। उन्होंने कहा कि मेरा मत है कि इस लीडर्स डिक्लेरेशन नूं स्वीकार किया जाए। भारत की G20 प्रेसिडेंसी देश के भीतर और देश के बाहर इंक्लूजन का, सबका साथ का प्रतीक बन गई है। भारत में ये पीपल्स G20 बन गया। करोड़ों भारतीय इससे जुड़े। देश के 60 से ज्यादा शहरों में 200 से ज्यादा अधिक बैठकें हुई। सबका साथ की भावना से ही भारत ने प्रस्ताव रखा था कि अफ्रीकन यूनियन को G20 की स्थायी सदस्यता दी जाए। मेरा विश्वास है कि इस प्रस्ताव पर हम सबकी सहमति है। प्रधानमंत्री ने कहा कि इस मौके पर मैं मेरे मंत्री शेरपा के सारे अधिकारियों का शुक्रिया भी अदा करना है जिन्हों ने करड़ी मेहनत करके इसनूं हाँ पक्षी बनाया है। 9 सितंबर ਨੂੰ ਜਦੋਂ G20 ਸਮਾਗਮ ਦੀ ਸ਼ੁਰੂਆਤ ਹੋਈ ਤਾਂ ਸਵੇਰੇ 10:30 ਵਜੇ ਤੋਂ ਦੁਪਹਿਰੇ 1:30 ਵਜੇ ਤੱਕ ਪਹਿਲਾ ਸੈਸ਼ਨ ਵਨ ਅਰਥ ਦੀ ਥੀਮ ਤੇ ਪ੍ਰਬੰਧਿਤ ਕੀਤਾ ਗਿਆ ਸੀ। ਉਸ ਤੋਂ ਬਾਅਦ ਵਨ ਫੈਮਿਲੀ ਤੇ ਦੂਜਾ ਇਜਲਾਸ ਦੁਪਹਿਰੇ 3 ਵਜੇ ਤੋਂ ਸ਼ਾਮੀ 4:45 ਵਜੇ ਤੱਕ ਜਾਰੀ ਰਿਹਾ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। दिल्ली च G20 समिट दौरान स्वीकार किए गए ऐलाननामे च कौमांतरी मुश्किलों का जिक्र तो है ही, नाल ही इस च बेहतर भविख के लिए एक कमिटमेंट भी नजर आती है। ਭਾਰਤ ਦੀ ਪ੍ਰਧਾਨਗੀ ਵਿੱਚ ਦਿੱਲੀ ਵਿੱਚ G20 ਸਮਿਟ ਹੋਇਆ ਤਾਂ ਸਮਿਟ ਦੇ ਪਹਿਲੇ ਦਿਨ ਹੀ ਸਾਂਝਾ ਐਲਾਨਨਾਮੇ ਤੇ ਸਹਿਮਤੀ ਵੀ ਬਣ ਗਈ ਸੀ। ਐਤਵਾਰ ਨੂੰ ਇਸ ਐਲਾਨਨਾਮੇ ਤੇ ਸਾਰੇ ਦੇਸ਼ਾਂ ਨੇ ਆਪਣੀ ਸਹਿਮਤੀ ਜ਼ਾਹਿਰ ਕੀਤੀ ਤੇ ਦਿੱਲੀ ਦੇ ਐਲਾਨਨਾਮੇ ਦੀਆਂ 10 ਵੱਡੀਆਂ ਗੱਲਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਯੂਕਰੇਨ ਦਾ ਜ਼ਿਕਰ ਹੋਇਆ। ਯੂਕਰੇਨ ਦੇ ਲਈ ਵੱਡੇ ਪੱਧਰ ਤੇ ਨਿਆਂਪੱਖੀ ਅਤੇ ਪੱਕੇ ਤੌਰ ਤੇ ਅਮਨੋ ਅਮਾਨ ਲਈ ਸੱਦਾ ਦਿੱਤਾ ਗਿਆ। ਮੈਂਬਰ ਮੁਲਕਾਂ ਨੂੰ ਇਲਾਕਿਆਂ ਤੇ ਕਬਜ਼ਾ ਕਰਨ ਦੇ ਲਈ ਤਾਕਤ ਦੀ ਵਰਤੋਂ ਜਾਂ ਕਿਸੇ ਵੀ ਦੇਸ਼ ਦੀ ਖੁਦਮੁਖਤਿਆਰੀ ਖਿਲਾਫ ਕੰਮ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ। ਦੂਜੀ ਅਹਿਮ ਗੱਲ ਇਹ ਕਿ ਸਸਟੇਨੇਬਲ ਡਿਵੈਲਪਮੈਂਟ ਗੋਲ ਯਾਨੀ SDG ਦੇ ਲਈ ਸਾਰੇ ਮੁਲਕ ਕੰਮ ਕਰਨਗੇ। ਭਾਰਤ ਦੀ ਪਹਿਲ ਤੇ ਵਨ ਫਿਊਚਰ ਅਲਾਇੰਸ ਬਣਾਇਆ ਜਾਵੇਗਾ ਜਿਸ ਦੇ ਵਿੱਚ ਭਾਰਤ, ਅਮਰੀਕਾ ਅਤੇ ਬ੍ਰਾਜ਼ੀਲ ਬਾਇਓਫਿਊਲ ਅਲਾਇੰਸ ਬਣਾਉਣਗੇ। ਤੀਜੀ ਅਹਿਮ ਪੁਆਇੰਟ ਇਹ ਕਿ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਤੇ ਜ਼ੋਰ ਦਿੱਤਾ ਜਾਵੇਗਾ। ਮਲਟੀਲੇਟਰਲ ਡਿਵੈਲਪਮੈਂਟ ਬੈਂਕਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਵੱਡਾ, ਬਿਹਤਰ ਅਤੇ ਕਾਰਗਰ ਵੀ ਬਣਾਇਆ ਜਾਵੇਗਾ। ਇਸ ਐਲਾਨਨਾਮੇ ਦਾ ਚੌਥਾ ਬਿੰਦੂ ਇਹ ਕਿ ਗਲੋਬਲ ਸਾਊਥ ਦੀ ਪਹਿਲ ਤੇ ਜ਼ੋਰ ਦਿੱਤਾ ਜਾਵੇਗਾ। ਕ੍ਰਿਪਟੋ ਕਰੰਸੀ ਲਈ ਗਲੋਬਲ ਪਾਲਿਸੀ ਬਣਾਏ ਜਾਣ ਤੇ ਵੀ ਚਰਚਾ ਚੱਲੀ। ਗ੍ਰੀਨ ਅਤੇ ਲੋ ਕਾਰਬਨ એનર્ਜੀ ਤਕਨੀਕ ਤੇ ਕੰਮ ਹੋਵੇਗਾ, ਇਹ ਵੀ ਐਲਾਨਨਾਮੇ ਵਿੱਚ ਲਿਖਿਆ ਗਿਆ ਹੈ। कर संबंधी बेहतर व्यवस्था के लिए जोर दिता गया है। कॉमन फ्रेमवर्क बनाने ते जोर दिता गया है ते तेजी दे नाल तरक्की करने वाले शहरों को फंड दिता जाएगा। जैविक वन संबंधता, वनां ते महासागरां दी राखी की जाएगी। भविख के सेहत एमरजेंसी वाले हालातां नाल नजिठण लई बेहतर तैयारी की जाएगी।
ਤਰੱਕੀ ਕਰ ਰਹੇ ਮੁਲਕਾਂ ਦੇ ਵਿੱਚ ਕਰਜ਼ੇ ਸੰਬੰਧੀ ਕਮਜ਼ੋਰੀਆਂ ਤੇ ਕੰਮ ਕੀਤਾ ਜਾਵੇਗਾ। SDG ਤੇ ਤਰੱਕੀ ਦੇ ਲਈ ਫੰਡਿੰਗ ਵਧਾਉਣ ਤੇ ਵੀ ਸਹਿਮਤੀ ਬਣੀ ਹੈ। ਗਲੋਬਲ ਵਾਰਮਿੰਗ ਸੰਬੰਧੀ ਟੀਚੇ ਹਾਸਲ ਕੀਤੇ ਜਾਣਗੇ ਤੇ ਵਸੀਲਿਆਂ ਦੀ ਗਿਣਤੀ ਵਧਾਉਣ ਤੇ ਸਹਿਮਤੀ ਬਣੀ ਹੈ। ਵੱਧ ਅਸਰਦਾਰ ਬਹੁਪੱਖੀ ਤਰੱਕੀ ਬੈਂਕ ਬਣਾਏ ਜਾਣਗੇ। ਡਿਜੀਟਲ ਸੇਵਾਵਾਂ ਵਿੱਚ ਸੁਧਾਰ ਤੇ ਵੀ ਸਹਿਮਤੀ ਬਣੀ ਹੈ ਤੇ ਡਿਜੀਟਲ ਢਾਂਚੇ ਨੂੰ ਹੋਰ ਜ਼ਿਆਦਾ ਬਿਹਤਰ ਕਰਨ ਦੀ ਤਿਆਰੀ ਕੀਤੀ ਗਈ ਹੈ। ਸਸਟੇਨੇਬਲ ਡਿਵੈਲਪਮੈਂਟ ਨੂੰ ਹੁੰਗਾਰਾ ਦਿੱਤਾ ਜਾਵੇਗਾ, ਜਦਕਿ ਡਿਜੀਟਲ ਟਰਾਂਸਫਾਰਮੇਸ਼ਨ ਨੂੰ ਹੋਰ ਬਿਹਤਰ ਕੀਤਾ ਜਾਵੇਗਾ। ਮਹਿਲਾਵਾਂ ਦੀ ਅਸਰਦਾਰ ਅਤੇ ਬਰਾਬਰ ਹਿੱਸੇਦਾਰੀ ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਰਥਚਾਰੇ ਵਿੱਚ ਮਹਿਲਾਵਾਂ ਫੈਸਲੇ ਲੈ ਸਕਣਗੀਆਂ ਤੇ ਮਹਿਲਾਵਾਂ ਦੀ ਹਿੱਸੇਦਾਰੀ ਤੇ ਵੀ ਫੋਕਸ ਰਹੇਗਾ, ਜਦਕਿ ਚੁਗਿਰਦੇ ਦੇ ਹਿਸਾਬ ਦੇ ਨਾਲ ਤਰੱਕੀ ਦਾ ਰਾਹ ਚੁਣਿਆ ਜਾਵੇਗਾ। ਡਿਕਲੇਰੇਸ਼ਨ ਪਾਸ ਹੋਣ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜयशंकर ਨੇ ਕਿਹਾ ਕਿ ਸਾਰੇ ਮੁਲਕਾਂ ਨੇ ਨਵੀਂ ਦਿੱਲੀ ਐਲਾਨਨਾਮਾ ਮਨਜ਼ੂਰ ਕਰ ਲਿਆ ਹੈ। In regard to the various issues under discussion, however, we have been able to find common ground on all of them. As a result, we can justifiably state that under Prime Minister Narendra Modi's guidance, the New Delhi summit has given clear directions for the growth and development of the global economy in the years ahead. ਇਸ ਐਲਾਨਨਾਮੇ ਵਿੱਚ ਯੂਕਰੇਨ ਦੀ ਜੰਗ ਦਾ ਜ਼ਿਕਰ 4 ਵਾਰ ਹੋਇਆ ਹੈ। ਉੱਥੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਾਨੂੰ ਚੁਣੌਤੀ ਵਾਲੇ ਵਕਤ ਦੇ ਵਿੱਚ ਪ੍ਰਧਾਨਗੀ ਮਿਲੀ ਹੈ। Continue discussing the policy-related issues linked to the implementation of the common framework and make periodically such appropriate recommendations. The launch of the Global Sovereign Debt Roundtable, which is co-chaired by IMF, the World Bank, and also the G20 presidency, to enhance the conversation among the various stakeholders and address current shortcomings in the debt restructuring process. G20 ਦਾ ਇਹ ਸਾਂਝਾ ਐਲਾਨਨਾਮਾ 37 ਪੇਜਾਂ ਦਾ ਹੈ, ਜਿਸ ਵਿੱਚ ਕੁੱਲ 83 ਪੈਰਾਗ੍ਰਾਫ ਨੇ ਤੇ ਇਸ ਨੂੰ ਨਵੀਂ ਦਿੱਲੀ ਡਿਕਲੇਰੇਸ਼ਨ ਨਾਲ ਦਿੱਤਾ ਗਿਆ ਹੈ। ਕੁੱਲ ਮਿਲਾ ਕੇ G20 ਦਾ ਆਗਾਜ਼ ਜਿਸ ਸ਼ਾਨਦਾਰ ਤਰੀਕੇ ਹੋਇਆ, ਉਸੇ ਅੰਦਾਜ਼ ਦੇ ਵਿੱਚ ਇਸ ਸਿਖਰ ਵੱਲ ਵੀ ਵਧਦਾ ਨਜ਼ਰ ਆਇਆ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਸੋ ਭਾਰਤ ਇਸ ਕੌਮਾਂਤਰੀ ਸਮਿਟ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ 'ਚ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਵੀ ਸ਼ਾਮਿਲ ਹੋਏ ਨੇ। ਸਮਿਟ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਵੀ ਭਾਰਤ ਦੇ ਨਜ਼ਰੀਏ ਤੇ ਫਲਸਫੇ ਤੋਂ ਪ੍ਰਭਾਵਿਤ ਦਿਖੇ। G20 ਸਮਿਟ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ। ਦੇਸ਼ ਦੀ ਰਾਜਧਾਨੀ ਵਿੱਚ ਇਹ ਦੋ ਮਹਾਸ਼ਕਤੀਆਂ ਦਾ ਮਿਲਨ ਸੀ। 20 ਤੋਂ ਵਧੇਰੇ ਬਾਕੀ ਮੁਲਕਾਂ ਦੀ ਮੌਜੂਦਗੀ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਫਲਸਫੇ ਦੀ ਤਾਰੀਫ ਕੀਤੀ। ਉਹਨਾਂ ਕਿਹਾ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ ਇਹੀ G20 ਸਮਿਟ ਦਾ ਫੋਕਸ ਹੈ ਅਤੇ ਕਈ ਮਾਇਨੇ ਵਿੱਚ ਇਹ ਸਾਝੇਦਾਰੀ ਦਾ ਫੋਕਸ ਵੀ ਹੈ, ਜਿਸ ਦੇ ਬਾਰੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ। This is a real big deal. And I want to thank you, Mr. Prime Minister. One Earth, one family, one future. That's the focus of this G20 summit. And in many ways, it's also the focus of this partnership that we're talking about today. Building sustainable, resilient infrastructure, making quality infrastructure investments, and creating a better future. A future that presents greater opportunity, dignity, and prosperity for everyone. Last year, we came together as one to commit to this vision. ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਅਸੀਂ ਸਾਰਿਆਂ ਨੇ ਇੱਕ ਅਹਿਮ ਅਤੇ ਇਤਿਹਾਸਿਕ ਸਮਝੌਤੇ ਨੂੰ ਮੁਕੰਮਲ ਹੁੰਦਿਆਂ ਦੇਖਿਆ ਹੈ। ਆਉਣ ਵਾਲੇ ਵਕਤ ਦੇ ਵਿੱਚ ਭਾਰਤ ਪੱਛਮੀ ਏਸ਼ੀਆ ਤੇ ਯੂਰਪ ਦੇ ਵਿਚਾਲੇ ਮਾਲੀ ਏਕੇ ਦਾ ਅਸਰਦਾਰ ਜ਼ਰੀਆ ਬਣੇਗਾ। ਇਹ ਪੂਰੀ ਦੁਨੀਆ ਦੇ ਵਿੱਚ ਕਨੈਕਟੀਵਿਟੀ ਅਤੇ ਤਰੱਕੀ ਨੂੰ ਇੱਕ ਪੱਕਾ ਆਧਾਰ प्रदान करेगा। ग्लोबल साउथ के अनेक देशों में एक विश्वसनीय पार्टनर के रूप में एनर्जी, रेलवे, वाटर, टेक्नोलॉजी पार्क्स जैसे क्षेत्रों में इंफ्रास्ट्रक्चर प्रोजेक्ट्स इंप्लीमेंट किए हैं। इन प्रयासों में हमने डिमांड ड्रिवन और ट्रांसपेरेंट अप्रोच पर विशेष रूप से बल दिया है। पीजीआईआई के माध्यम से हम ग्लोबल साउथ के देशों में इंफ्रास्ट्रक्चर गैप को कम करने में महत्वपूर्ण योगदान दे सकते हैं। इस मौके पीएम मोदी ने अमेरिकी राष्ट्रपति जो बाइडन, ब्राजील के राष्ट्रपति लुई इनासियो, अर्जेंटीना के राष्ट्रपति अल्बर्टो फर्नांडिस ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਦੀ ਮੌਜੂਦਗੀ ਵਿੱਚ
ਗਲੋਬਲ ਬਾਇਓਫਿਊਲਸ ਅਲਾਇੰਸ ਦੀ ਸ਼ੁਰੂਆਤ ਵੀ ਕੀਤੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਠ ਸਤੰਬਰ ਨੂੰ ਜਦੋਂ ਭਾਰਤ ਨੇ G20 ਸਮਿਟ ਦੀ ਮੇਜ਼ਬਾਨੀ ਦੀ ਦਿੱਲੀ 'ਚ ਸ਼ੁਰੂਆਤ ਕੀਤੀ ਤਾਂ ਕੁਝ ਅਜਿਹਾ ਸੀ ਜੋ ਦੇਸ਼ ਦੇ ਲਈ ਕੌਮਾਂਤਰੀ ਪੱਧਰ ਤੇ ਪਹਿਲੀ ਵਾਰ ਹੋਇਆ। G20 ਸਮਿਟ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰੋਕੋ ਵਿੱਚ ਆਏ ਤਬਾਹਕੁਨ ਭੂਚਾਲ ਦੇ ਵਿੱਚ ਮਾਰੇ ਗਏ ਲੋਕਾਂ ਦੇ ਪ੍ਰਤੀ ਸੰਵੇਦਨਾ ਜ਼ਾਹਿਰ ਕੀਤੀ। ਪੀਐਮ ਨੇ ਕਿਹਾ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਦੇਰ ਪਹਿਲਾਂ ਮੋਰੋਕੋ ਵਿੱਚ ਆਏ ਜ਼ਲਜ਼ਲੇ ਦੇ ਨਾਲ ਅਸਰ ਹੇਠ ਆਏ ਲੋਕਾਂ ਦੇ ਲਈ ਆਪਣੀ ਸੰਵੇਦਨਾ ਜ਼ਾਹਿਰ ਕਰਨਾ ਚਾਹੁੰਦਾ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੂਰੀ ਦੁਨੀਆ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਨੂੰ ਹਰ ਮੁਮਕਿਨ ਮਦਦ ਦੇਣ ਦੇ ਲਈ ਅਸੀਂ ਤਿਆਰ ਹਾਂ। पूरी दुनिया को नई दिशा दिखाने वाला और नई दिशा देने वाला एक महत्वपूर्ण समय है। ये वो समय है जब बरसों पुरानी चुनौतियां हमसे नए समाधान मांग रही हैं और इसलिए हमें ह्यूमन सेंट्रिक अप्रोच के साथ अपने हर दायित्व को निभाते हुए ही आगे बढ़ना है। ਪ੍ਰਧਾਨ ਮੰਤਰੀ ਜਦੋਂ ਇਹ ਗੱਲ ਕਹਿ ਰਹੇ ਸਨ ਤਾਂ ਇੱਕ ਗੱਲ ਜੋ ਬਿਲਕੁਲ ਨਵੀਂ ਸੀ ਉਹ ਇਹ ਕਿ ਉਹਨਾਂ ਦੇ ਅੱਗੇ ਦੇਸ਼ ਦੇ ਨਾਂ ਦੀ ਜਿਹੜੀ ਤਖਤੀ ਲੱਗੀ ਸੀ ਉਸ ਤੇ ਇੰਡੀਆ ਨਹੀਂ ਸਗੋਂ ਭਾਰਤ ਲਿਖਿਆ ਹੋਇਆ ਸੀ। ਸੰਵਿਧਾਨ ਦੇ ਹਿੰਦੀ ਤਰਜਮੇ ਦੇ ਵਿੱਚ ਇੰਡੀਆ ਦੀ ਥਾਂ ਤੇ ਹਰ ਥਾਂ ਤੇ ਭਾਰਤ ਹੀ ਲਿਖਿਆ ਗਿਆ ਹੈ, ਸਿਰਫ ਉਹਨਾਂ ਜ਼ਿਕਰਾਂ ਨੂੰ ਛੱਡ ਕੇ ਜਿੱਥੇ ਦੇਸ਼ ਦੇ ਨਾਂ ਦਾ ਜ਼ਿਕਰ ਹੈ। ਸੰਵਿਧਾਨ ਦੇ ਵਿੱਚ ਦੇਸ਼ ਦਾ ਨਾਂ ਹੈ ਭਾਰਤ, ਦੈਟ ਇਜ਼ ਇੰਡੀਆ, ਯਾਨੀ ਭਾਰਤ ਜੋ ਇੰਡੀਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਪੂਰੀ ਦੁਨੀਆ ਨੂੰ ਅਪੀਲ ਕਰ ਰਿਹਾ ਹੈ ਕਿ ਅਸੀਂ ਸਾਰੇ ਰਲ ਕੇ ਗਲੋਬਲ ਟਰਸਟ ਡੈਫਿਸਿਟ ਨੂੰ ਭਰੋਸੇ, ਵਿਸ਼ਵਾਸ ਦੇ ਵਿੱਚ ਤਬਦੀਲ ਕਰੀਏ। ਇਸ ਸਾਰਿਆਂ ਦੇ ਨਾਲ ਰਲ ਕੇ ਤੁਰਨ ਦਾ ਵਕਤ ਹੈ। ਅਸੀਂ ਸਾਰਿਆਂ ਦੇ ਲਈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰयास ਬਣ ਸਕਦੇ ਹਾਂ। सबका साथ, सबका विकास, सबका विश्वास, सबका प्रयास का मंत्र हम सभी के लिए एक पथ प्रदर्शक बन सकता है। वैश्विक अर्थव्यवस्था में उथल-पुथल हो, नॉर्थ और साउथ का डिवाइड हो, ईस्ट और वेस्ट की दूरी हो, फूड, फ्यूल और फर्टिलाइजर का मैनेजमेंट हो, टेररिज्म और साइबर सिक्योरिटी हो, हेल्थ, एनर्जी और वाटर सिक्योरिटी हो। ਦਿੱਲੀ ਵਿੱਚ ਹੋ ਰਹੇ G20 ਸਮਿਟ ਦੇ ਵਿੱਚ ਅਫਰੀਕਨ ਯੂਨੀਅਨ ਯਾਨੀ ਅਫਰੀਕੀ ਸੰਘ ਨੂੰ ਪੱਕੇ ਮੈਂਬਰ ਦੇ ਤੌਰ ਤੇ G20 ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪੀਐਮ ਨੇ ਕਿਹਾ ਕਿ ਸਾਰਿਆਂ ਦੇ ਸਾਥ ਦੀ ਭਾਵਨਾ ਦੇ ਨਾਲ ਹੀ ਭਾਰਤ ਨੇ ਅਫਰੀਕਨ ਯੂਨੀਅਨ ਨੂੰ G20 ਦਾ ਪੱਕਾ ਮੈਂਬਰ ਬਣਾਉਣ ਦੀ ਗੱਲ ਕੀਤੀ ਸੀ। ਹੁਣ ਤੁਹਾਡੀ ਸਾਰਿਆਂ ਦੀ ਸਹਿਮਤੀ ਤੋਂ ਮੈਂ ਅਫਰੀਕਨ ਯੂਨੀਅਨ ਦੇ ਪ੍ਰਧਾਨ ਨੂੰ G20 ਦੇ ਪੱਕੇ ਮੈਂਬਰ ਵਜੋਂ ਆਪਣੀ ਥਾਂ ਹਾਸਿਲ ਕਰਨ ਲਈ ਸੱਦਾ ਦਿੰਦਾ ਹੈ। ਅਫਰੀਕੀ ਯੂਨੀਅਨ ਦੇ ਇਸ ਜਥੇਬੰਦੀ ਦੇ ਵਿੱਚ ਪੱਕੇ ਮੈਂਬਰ ਦੇ ਵਜੋਂ ਸ਼ਾਮਿਲ ਹੋਣ ਤੋਂ ਬਾਅਦ ਹੁਣ 19 ਮੁਲਕ ਅਤੇ 2 ਯੂਨੀਅਨ ਇਸ ਦੇ ਮੈਂਬਰ ਹੋ ਗਏ ਨੇ। भारत की G20 प्रेसिडेंसी देश के भीतर और देश के बाहर इंक्लूजन का, सबका साथ का प्रतीक बन गई है। भारत में ये पीपल्स G20 बन गया। करोड़ों भारतीय इससे जुड़े। देश के 60 से ज्यादा शहरों में 200 से ज्यादा अधिक बैठकें हुई। सबका साथ की भावना से ही भारत ने प्रस्ताव रखा था कि अफ्रीकन यूनियन को G20 की स्थायी सदस्यता दी जाए। मेरा विश्वास है कि इस प्रस्ताव पर हम सबकी सहमति है। ਇਸ ਤੋਂ ਪਹਿਲਾਂ ਸ਼ਨੀਚਰਵਾਰ ਸਵੇਰੇ G20 ਸਮਿਟ ਦੇ ਲਈ ਸਾਰੇ ਵਿਦੇਸ਼ੀ ਮਹਿਮਾਨਾਂ ਅਤੇ ਪ੍ਰਤੀਨਿਧੀਆਂ ਦੇ ਪ੍ਰਗਤੀ ਮੈਦਾਨ ਤੇ ਪਹੁੰਚਣ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਖੁਦ ਪ੍ਰਗਤੀ ਮੈਦਾਨ ਪਹੁੰਚ ਚੁੱਕੇ ਸਨ। ਇੱਥੇ ਬਣੇ ਭਾਰਤ ਮੰਡਪਮ ਦੇ ਵਿੱਚ ਉਹਨਾਂ ਇੱਕ-ਇੱਕ ਕਰਕੇ ਸਾਰੇ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕੀਤਾ। ਸਵਾਗਤ ਪ੍ਰੋਗਰਾਮ ਦੇ ਲਈ ਜਿਹੜਾ ਮੰਚ ਤਿਆਰ ਕੀਤਾ ਗਿਆ ਸੀ ਉਸ ਦੇ ਵਿੱਚ ਪਿਛਲੇ ਪਾਸੇ ਕੋਨਾਰਕ ਚੱਕਰ ਦੀ ਇੱਕ ਤਸਵੀਰ ਲਾਈ ਗਈ ਸੀ।
ਕੋਣਾਰਕ ਚੱਕਰ ਪਹਿਲੀ ਵਾਰੀ 13ਵੀਂ ਸਦੀ ਵਿੱਚ ਰਾਜਾ ਨਰਸਿੰਘ ਦੇਵ ਪਹਿਲੇ ਦੇ ਰਾਜਕਾਜ ਦੇ ਵਿੱਚ ਬਣਾਇਆ ਗਿਆ ਸੀ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਸੋ ਕੁੱਲ ਮਿਲਾ ਕੇ G20 ਸਮਿਟ ਭਾਰਤ ਲਈ ਪੂਰੀ ਦੁਨੀਆ ਵੱਲੋਂ ਇੱਕੋ ਸੁਨੇਹਾ ਲੈ ਕੇ ਮੁਕੰਮਲ ਹੋਇਆ ਹੈ ਕਿ ਭਾਰਤ ਤੇ ਪੂਰੀ ਦੁਨੀਆ ਦਾ ਭਰੋਸਾ ਕਾਇਮ ਹੈ। ਸੋ ਸਾਡੀ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।